ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮਜੀਤ ਕੌਰ, ਗਲੋਬਲ ਮਿਡਾਸ ਫਾਊਂਡੇਸ਼ਨ ਸਾਡਾ ਖਿੜਦਾ ਪੰਜਾਬ ਦੀ ਸਪੈਸ਼ਲ ਸੀਰੀਜ਼। ਅੱਜ ਅਸੀਂ ਇੱਕ ਖਾਸ ਮੁਲਾਕਾਤ ਦੇ ਵਿੱਚ ਸਾਡੇ ਨਾਲ ਹੈਗੇ ਨੇ ਸਾਧੂ ਭੁਪਿੰਦਰ ਸਿੰਘ ਜੀ, ਤੇ ਉਹਨਾਂ ਦੇ ਜੀਵਨ ਬਾਰੇ ਜਾਣਦੇ ਹਾਂ। ਉਹਨਾਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਹੈ ਸਾਡੀ, ਤੇ ਆਓ ਉਹਨਾਂ ਬਾਰੇ ਜਾਣਦੇ ਹਾਂ ਕਿ ਉਹ ਕਿੱਥੋਂ ਦੇ ਹੈਗੇ, ਉਹਨਾਂ ਦਾ ਕੀ ਬੈਕਗਰਾਉਂਡ ਹੈਗਾ। ਸਤਿ ਸ਼੍ਰੀ ਅਕਾਲ ਭੁਪਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਜੀ। ਆਪ ਜੀ ਦਾ ਨਾਮ? ਭੁਪਿੰਦਰ ਸਿੰਘ ਸਾਧੂ। ਆਪ ਜੀ ਦੇ ਆਪਣੇ ਜੀਵਨ ਬਾਰੇ ਕੀ ਵਿਸ਼ੇਸ਼ਤਾ ਹੈਗੀ ਜਿਹੜੀ ਥੋੜਾ ਜਿਹਾ ਆਪ ਜੀ ਦੱਸੋ। ਮੈਂ ਜਿਹੜਾ ਦਿੱਲੀ ਬੌਰਨ ਬੌਟਅਪ ਹਾਂ ਜੀ। ਪੜ੍ਹਾਈ ਮੇਰੀ ਜਿਹੜੀ ਹੈ ਇੱਥੇ ਦੀ ਮੁੱਢਲੀ ਔਰ ਕਾਲਜ ਦੀ ਮੈਂ ਪੜ੍ਹਾਈ ਇੱਥੇ ਕੀਤੀ ਹੈ। ਪੜ੍ਹਾਈ ਦੇ ਬਾਅਦ ਬਿਜ਼ਨਸ ਕਰਦਾ ਹੋਇਆ, ਔਰ ਪੜ੍ਹਾਈ ਵੇਲੇ ਹੀ ਸ਼ੌਂਕ ਸੀਗਾ ਇੱਕ ਕੌਮ ਦੇ ਲਈ ਸੇਵਾ ਕਰਨ ਦਾ, ਔਰ ਉਸ ਜਜ਼ਬੇ ਦੇ ਨਾਲ ਸੇਵਾ ਕਰਦਾ ਰਿਹਾ। ਔਰ ਮੈਨੂੰ ਮੌਕਾ ਆਉਣ 'ਤੇ ਇੱਕ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੀ ਆਰਗੇਨਾਈਜ਼ਿੰਗ ਸੈਕਟਰੀ ਯੂਥ ਦਾ ਬਣਾਇਆ ਗਿਆ, ਫਿਰ ਜਨਰਲ ਸਕੱਤਰ ਬਣਾਇਆ ਗਿਆ। ਔਰ ਇਸ ਦੇ ਨਾਲ ਨਾਲ ਮੈਂ ਸਮਾਂ ਪਾਉਂਦੇ ਹੀ 2002 ਤੋਂ ਲੈ ਕੇ 2008 ਤੱਕ ਤਖਤ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ ਦੇ ਵਿੱਚ ਜਿਹੜੀ ਸ਼ਤਾਬਦੀ 300 ਸਾਲਾ ਮਨਾਈ ਗਈ ਹੈ, ਉਹਦੇ ਵਿੱਚ ਕਈ ਸੇਵਾਵਾਂ ਜਿਹੜੀਆਂ ਗੁਰੂ ਸਾਹਿਬ ਨੇ ਮੇਰੇ ਤੋਂ ਲਈਆਂ ਨੇ, ਔਰ ਮੈਂ ਬੜਾ ਆਪਣੇ ਆਪ ਨੂੰ ਵਡਭਾਗਾ ਸਮਝਦਾ ਕਿ ਮੈਂ ਉਸ ਦੇ ਕਾਬਿਲ ਸੀ। ਔਰ ਉਸ ਤੋਂ ਬਾਅਦ ਫਿਰ ਮੈਂ ਉੜੀਸਾ ਦੇ ਵਿੱਚ ਵੀ ਉਹਨਾਂ ਦੀਆਂ 47 ਸਿੰਘ ਸਭਾਵਾਂ ਨੇ, ਉੜੀਸਾ ਸਿੱਖ ਪ੍ਰਤੀਨਿਧੀ ਬੋਰਡ, ਉਹਨਾਂ ਦੇ ਨਾਲ ਕੰਮ ਕੀਤਾ। ਔਰ ਸਮਾਂ ਦਿੱਲੀ ਦੇ ਵਿੱਚ ਵੀ ਕੀਤਾ, ਜਿੱਥੇ ਮੈਂ ਸਿੱਖ ਮਿਸ਼ਨ ਜਿਹੜਾ SGPC ਦੇ ਅੰਡਰ ਹੈ, ਉਹਨੂੰ ਵੀ ਮੈਂ ਕੁਝ ਸਮਾਂ ਸੰਭਾਲਿਆ, ਦੇਖਿਆ ਦਿੱਲੀ ਤੋਂ। ਔਰ ਸਮਾਂ ਪੈਂਦਾ ਹੈ ਕਿ ਮੈਨੂੰ 2012 ਤੋਂ 2015 ਤੱਕ ਤਖਤ ਪਟਨਾ ਸਾਹਿਬ ਦੇ ਵਿੱਚ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਐਜ਼ ਅ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਦੇ, ਔਰ ਉਹ ਵੀ ਮੈਂ ਸੇਵਾ ਨਿਭਾਈਆਂ। ਔਰ ਸਮਾਂ ਪਾਉਂਦੇ ਫਿਰ ਬੱਚਿਆਂ ਕਰਕੇ, ਕੁਝ ਪਰਿਵਾਰਕ ਰੁਝੇਵਿਆਂ ਕਰਕੇ ਮੈਨੂੰ ਕੈਨੇਡਾ ਰਹਿਣਾ ਪੈਂਦਾ। ਔਰ 2016 ਵਿੱਚ, ਜਿੱਥੇ ਮੈਂ ਆਪ ਜੀ ਨੂੰ ਦੱਸਾਂ ਕਿ ਕੈਨੇਡਾ ਦੀ ਹੁਕੂਮਤ ਅਪ੍ਰੈਲ ਦੇ ਮਹੀਨੇ ਨੂੰ, ਵਿਸਾਖੀ ਵਾਲੇ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵੱਲੋਂ ਜਿਹੜਾ ਉਹਨਾਂ ਨੇ ਡਿਕਲੇਅਰ ਕੀਤਾ। ਔਰ ਉਸ ਵੇਲੇ ਸਾਨੂੰ ਆਪਣੀਆਂ ਸਰਕਾਰੀ ਅਦਾਰਿਆਂ ਦੇ ਵਿੱਚ ਬੁਲਾਉਂਦੇ ਨੇ, ਔਰ ਉਹਦੇ ਵਿੱਚ ਜਿੱਥੇ ਉੱਥੇ ਕੁਝ ਫੰਕਸ਼ਨ ਕਰਦੇ ਨੇ, ਜਿੱਥੇ ਅਸੀਂ ਕਲਚਰ ਪ੍ਰੋਗਰਾਮ ਕਰਦੇ ਹਾਂ, ਰਿਲੀਜੀਅਸ ਪ੍ਰੋਗਰਾਮ ਕਰਦੇ ਹਾਂ, ਨਾਲ ਹੀ ਉਹ ਸਾਨੂੰ ਬਹੁਤ ਸੋਹਣਾ ਜਿਹੜਾ ਲੰਗਰ ਪ੍ਰਸ਼ਾਦਾ ਵਿੱਚ ਖਾਇਆ ਜਾਂਦਾ ਹੈ। ਉਸ ਵੇਲੇ ਉਸ ਦੌਰਾਨ ਮੈਂ ਉੱਥੇ ਦੀ ਰੇਚਲ ਨੋਟਲੀ ਜਿਹੜੀ ਹੈ ਕਿ ਪ੍ਰੀਮੀਅਰ ਹੈ, ਔਰ ਉੱਥੋਂ ਦੇ ਜਿਹੜੇ MLA ਰਿਹਾ ਰੋਡ ਲਾਇਲਾ, ਉਹਦੇ ਨਾਲ ਗੱਲ ਕਰਦਾ ਹਾਂ ਕਿ ਬਈ ਤੁਸੀਂ ਇਹ ਬੜਾ ਸੋਹਣਾ ਕੰਮ ਕੀਤਾ, ਵੀ ਤੁਸੀਂ ਸਿੱਖ ਹੈਰੀਟੇਜ ਮੰਥ ਜਿਹੜਾ ਡਿਕਲੇਅਰ ਕੀਤਾ, ਉਹਨਾਂ ਨੂੰ ਵਧਾਈਆਂ ਦੇਣਾ। ਨਾਲ ਹੀ ਉਹਨਾਂ ਨੂੰ ਕਹਿਣਾ ਕਿ ਵੀ ਤੁਸੀਂ ਇਸ ਮੁਲਕ ਦੇ ਵੀ ਰਾਈਟ ਆਫ ਰਿਲੀਜਨ ਦਾ ਰਾਈਟ ਦਿੰਦੇ ਹੋ, ਬਟ ਉਹ ਪੂਰਾ ਤਾਂ ਹੀ ਹੈ ਵੀ ਜੇ ਤੁਸੀਂ, ਤੁਹਾਡੇ ਕੋਲ ਇੱਕ ਦੋ ਚੀਜ਼ਾਂ ਦੀ ਖਾਮੀਆਂ ਨੇ। ਉਹ ਖਾਮੀਆਂ ਬਾਰੇ ਗੱਲ ਕਰਦੇ ਹਾਂ, ਦੱਸਿਆ ਜਾਂਦਾ ਹੈ ਕਿ ਵੀ ਮੋਟਰਸਾਈਕਲ ਦੇ ਨਾਲ ਜਿਹੜੇ ਲੋਕ ਨੇ ਸਿੱਖ, ਉਹ ਵਿਦਆਊਟ ਹੈਲਮਟ ਮੋਟਰਸਾਈਕਲ ਨਹੀਂ ਚਲਾ ਸਕਦੇ। ਉਹਨਾਂ ਲਈ ਲਾਜ਼ਮੀ ਹੈ ਕਿ ਵੀ ਉਹਨਾਂ ਨੂੰ ਹੈਲਮਟ ਪਾਉਣਾ ਹੈ, ਪਗੜੀ ਦੀ ਉਹਨਾਂ ਨੂੰ ਛੂਟ ਨਹੀਂ ਹੈ। ਉਹ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ MP ਇਰਫਾਨ ਸੱਬੀਰ ਹੁੰਦੇ ਨੇ, ਉਹ ਕਹਿੰਦੇ ਨੇ ਮਿਸਟਰ ਸਿੰਘ ਅਸੀਂ ਇਹ ਬਾਰੇ ਸਾਰੀਆਂ ਗੱਲਾਂ ਸੋਚੀਆਂ ਹੋਈਆਂ ਸਨ, ਬਟ ਪਗੜੀ ਤੇ ਕਿਧਰੇ ਲਾਲੇ ਵੀ ਬੰਨ ਲੈਂਦੇ ਨੇ। ਤੇ ਪੁਰਾਣੇ ਤੁਸੀਂ ਸਮੇਂ ਦੇਖਿਆ ਹੋਏਗਾ ਕਿ ਪਾਕਿਸਤਾਨ ਔਰ ਜਾਂ ਇੱਧਰ ਦੇ ਮੁਸਲਮਾਨ ਵੀ ਬੰਦੇ ਨੇ, ਤੇ ਅਸੀਂ ਉਹ ਪਗੜੀ ਨੂੰ ਜਸਟੀਫਾਈ ਕਿਵੇਂ ਕਰਾਂਗੇ ਵੀ ਸਾਰੇ ਕਹਿਣਗੇ ਵੀ ਤੁਸੀਂ। ਮੈਂ ਉਹਨਾਂ ਨੂੰ ਦੱਸਿਆ ਕਿ ਵੀ ਪਗੜੀ ਇਜ਼ ਨਾਟ ਅ ਪ੍ਰੋਪਰ ਵਰਡ ਫॉर ਦਾ ਸਿੱਖਾਂ ਲਈ ਜੇ ਵਰਤਣਾ ਤੇ ਤੁਸੀਂ ਦਸਤਾਰ ਲਫ਼ਜ਼ ਇਸਤੇਮਾਲ ਕਰ ਸਕਦੇ ਹੋ। ਨਾਲੇ ਸਾਬਤ ਸੂਰਤ ਜਿਹੜਾ ਕਿ ਕੇਸਾਂ ਦੇ ਨਾਲ ਸਿੱਖਾਂ 'ਤੇ ਕੇਸ, ਸਿਰਾਂ 'ਤੇ ਕੇਸ ਨੇ, ਉਹਦੇ ਨਾਲ ਤੁਸੀਂ ਉਹਨੂੰ ਕਹੋ ਕਿ ਵੀ ਇਹ ਸ਼ਰਤਾਂ ਵਾਲਾ ਲਾਗੂ ਹੈ, ਤੇ ਉਹਨੂੰ ਅਸੀਂ ਜਿਹੜਾ ਇਹ ਲਾਇਸੈਂਸ ਦਿੰਦੇ ਹਾਂ। ਉਹਨਾਂ ਨੂੰ ਸਮਝ ਆ ਜਾਂਦੀ ਹੈ, ਉਹ ਉਸ ਚੀਜ਼ ਨੂੰ ਹਾਊਸ ਦੇ ਵਿੱਚ ਰਿਪਰੈਜ਼ੈਂਟ ਕਰਦੇ ਆ, ਔਰ ਹਾਊਸ ਦੇ ਲਾਅ ਪਾਸ ਹੋ ਜਾਂਦਾ। ਔਰ ਅਪ੍ਰੈਲ ਜਦੋਂ ਇਹੀਓ ਫਿਰ ਵਿਸਾਖੀ ਦਾ ਮਹੀਨਾ ਆਉਂਦਾ, 2018 ਲਾਅ ਪਾਸ ਕਰ ਦਿੰਦੇ ਨੇ। ਔਰ ਉਹਦਾ ਜਿਹੜਾ ਇੰਪਲੀਮੈਂਟ ਹੈ, ਉਹ ਜਿਹੜਾ ਲਾਇਸੈਂਸ ਦੇਣ ਦੀ ਸਟਾਰਟਿੰਗ ਹੈ, ਉਹ 1 ਮਈ ਤੋਂ ਹੁੰਦੀ ਹੈ। ਇਹਦੇ ਵਿੱਚ ਉਹ ਡਿਸਕਸ ਕਰਦੇ ਆ, ਕਹਿੰਦੇ ਵੀ ਸਾਧੂ ਜੀ ਵਾਈ ਨਾਟ ਯੂ, ਵੀ ਤੁਸੀਂ ਵੀ ਇਹਦੇ ਬਾਰੇ ਸੋਚੋ ਔਰ ਤੁਸੀਂ ਲਓ। ਤੇ ਮੈਂ ਉਹ ਕਾਫੀ ਸਮਾਂ ਪਹਿਲਾਂ ਮੋਟਰਸਾਈਕਲ ਦਾ ਸ਼ੌਂਕ ਰੱਖਦਾ ਸੀ ਕਿ ਚਲੋ ਫਿਰ ਦੁਬਾਰਾ ਚਲਾਈ, ਔਰ ਮਹਾਰਾਜ ਨੇ ਬੇਰ ਕੀਤੀ, ਸਾਨੂੰ ਉਹ ਮਾਣ ਉਹਨਾਂ ਨੇ ਬਖਸ਼ਿਆ। ਔਰ ਉਹ ਪਹਿਲਾ ਲਾਇਸੈਂਸ ਵੀ ਜਿਹੜਾ ਹੈ ਅਲਬਰਟਾ ਦੀ ਧਰਤੀ 'ਤੇ ਮੈਨੂੰ ਦਿੱਤਾ। ਔਰ ਅੱਜ ਕਿਧਰੇ ਤੁਸੀਂ ਗੂਗਲ ਕਰ ਲਵੋ ਕਿ ਫਸਟ ਸਿੱਖ ਇਨ ਅਲਬਰਟਾ ਮੋਟਰਸਾਈਕਲਿਸਟ, ਤੇ ਤੁਸੀਂ ਹੈਰਾਨ ਹੋਗੇ ਕਿ ਉਹ ਗੂਗਲ ਦੇ ਵਿੱਚ ਜਿਹੜੀਆਂ ਖਬਰਾਂ ਨੇ, ਜਿਹੜੀਆਂ ਤਸਵੀਰਾਂ ਨੇ, ਉਹ ਮੇਰੀਆਂ ਦਾਸ ਦੀਆਂ ਸ਼ਾਇਰ ਹੁੰਦੀਆਂ ਨੇ। ਔਰ ਫਿਰ ਸਮਾਂ ਆਇਆ, ਤੁਹਾਨੂੰ ਦੁਨੀਆ ਦਾ ਪਤਾ ਹੀ ਹੈ ਕਿ ਕੋਵਿਡ ਦਾ ਦੌਰ ਰਿਹਾ, ਬੜੇ ਉਤਾਰ ਚੜਾਵ। ਔਰ ਅੱਜ ਮੈਨੂੰ ਫਿਰ ਪਿਛਲੇ 3-4 ਮਹੀਨੇ ਤੋਂ ਜਿਹੜੀ ਹੈ ਕਿ ਬਈ ਮੈਨੂੰ ਪਾਕਿਸਤਾਨ ਦੀ ਸਰਕਾਰ ਦੇ ਵਿੱਚ ਅਦਾਰਾ ਹੈ ਔਕਾਫ ਬੋਰਡ, ਐਕਵਾ ਪ੍ਰੋਪਰਟੀ ਟਰਸਟ ਬੋਰਡ, ਉਹ ਸਾਰੇ ਉੱਥੋਂ ਦੇ ਗੁਰਦੁਆਰੇ ਮੰਦਰ ਜਿਹੜੇ ਹੈ ਮਾਈਨੋਰਟੀਜ਼ ਦੇ ਉਹ ਕੰਟਰੋਲ ਕਰਦਾ ਹੈ। ਉਹਦੇ ਵਿੱਚ ਇੱਕ ਅਦਾਰਾ ਹੈਗਾ ਦਿਆਲ ਸਿੰਘ ਰਿਸਰਚ ਐਂਡ ਕਲਚਰ ਫਾਰਮ, ਜਿਹੜਾ ਕਿ ਹੈਰੀਟੇਜ ਰਿਸਰਚ ਨੂੰ ਔਰ ਪਿਲਗ੍ਰਿਮੇਜ ਨੂੰ, ਇਹ ਚੀਜ਼ਾਂ ਦੇ ਉੱਤੇ ਵਰਕ ਕਰਦਾ। ਤੇ ਉੱਥੋਂ ਮੈਨੂੰ ਅਪਰੋਚ ਹੁੰਦੀ ਹੈ, ਔਰ ਉਹ ਕਈ ਗੱਲਾਂ ਕਰਦੇ ਕਰਦੇ ਮੈਨੂੰ ਇੱਕ ਦਿਨ ਅਚਾਨਕ ਮੈਨੂੰ ਆਫਰ ਦਿੰਦੇ ਕਿ ਵਾਈ ਨਾਟ ਯੂ, ਵੀ ਤੁਸੀਂ ਸਾਡੇ ਨਾਲ ਡਾਇਰੈਕਟਰ ਕਿਉਂ ਨਹੀਂ ਬਣਦੇ, ਸੇਵਾ ਕਰੋ, ਅਸੀਂ ਮੋਢੇ ਨਾਲ ਮੋਢਾ ਲਾਈਏ। ਮੈਂ ਬੜਾ ਹੈਰਾਨ ਹੁੰਦਾ ਕਿ ਵੀ ਮੈਂ ਇੰਨੀ ਦੂਰੋਂ ਦੀ ਉੱਥੇ, ਔਰ ਕੀ ਬਿਧ ਬਣ ਰਹੀ ਹੈ, ਵੀ ਕੀ ਗੁਰੂ ਸਾਹਿਬ ਦੀ ਰਜ਼ਾ ਹੈ। ਖੈਰ ਮੈਨੂੰ ਸੋਚਣ ਹੀ ਟਾਈਮ ਲੱਗ ਜਾਂਦਾ ਵੀ ਕਿਧਰੇ ਨਾ ਕਿਧਰੇ ਵੀ ਜੇ ਮੈਂ ਕਿਧਰੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਜਾਂ ਉੱਥੇ ਦੀ ਇਸ ਤਰ੍ਹਾਂ ਦੀ ਸੰਸਥਾਵਾਂ ਨਾਲ ਜੁੜਦਾ, ਤੇ ਕੀ ਵੀ ਮੇਰੇ ਮੁਲਕ ਜਿਹੜਾ ਕਿ ਜਿੱਥੋਂ ਦਾ ਮੈਂ ਜੰਮ ਪਾਲਾਂ, ਵੀ ਉੱਥੋਂ ਦੀ ਸਰਕਾਰ, ਇੰਡੀਆ ਦੀ ਸਰਕਾਰ ਦੀ ਨਜ਼ਰ 'ਚ ਤੇ ਕੋਈ ਇਹ ਬੁਰੀ ਗੱਲ ਤੇ ਨਹੀਂ।
ਕਿ ਬੜੇ ਵਿਚਾਰਾਂ ਦੇ ਬਾਅਦ ਇਹ ਦਿਮਾਗ ਵਿੱਚ ਆ ਜਾਂਦਾ ਹੈ ਕਿ ਬਈ ਸਾਡੇ ਲਈ ਸਿੱਖਾਂ ਲਈ ਇਹ ਧਰਤੀ ਉਨੀ ਪੁਰਾਣੀ ਚੰਗੀ ਹੈ, ਉਨੀ ਹੀ ਪਿਆਰੀ ਹੈ ਜਿੰਨੀ ਕਿ ਇੰਡੀਆ ਔਰ ਪਾਕਿਸਤਾਨ ਦੋਨੋਂ, ਕਿਉਂਕਿ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਧਰਤੀ, ਇੱਕ ਪਾਸੇ 10ਵੇਂ ਪਾਤਸ਼ਾਹ ਦੀ। ਤੇ ਅੱਜ ਜਿਹੜਾ ਫਿਰ ਮੈਂ ਉਸ ਨੂੰ ਕਬੂਲ ਕਰ ਲੈਣਾ ਉਹਨਾਂ ਦੀ ਜਿਹੜੀ ਆਫਰ ਨੂੰ, ਔਰ ਉਹ ਮੈਨੂੰ 1 ਅਪ੍ਰੈਲ ਨੂੰ ਜਿਹੜਾ ਆਪਣੇ ਨਾਲ ਡਾਇਰੈਕਟਰ ਡਾਇਸਪੋਰਾ ਦਾ ਦਿਆਲ ਸਿੰਘ ਰਿਸਰਚ ਐਂਡ ਕਲਚਰ ਫੋਰਮ ਬਣਾਉਂਦੇ ਨੇ, ਤੇ ਅੱਜ ਮੈਂ ਉੱਥੇ ਹੋ ਕੇ ਆਇਆ ਤੇ ਉਹਨਾਂ ਦੇ ਨਾਲ ਸੇਵਾਵਾਂ ਕਰ ਰਿਹਾ ਜੀ। ਜਿਹਨੇ ਦੱਸਿਆ ਕਿ ਪਾਕਿਸਤਾਨ ਦੇ ਆਪ ਜੀ ਡਾਇਰੈਕਟਰ ਬਣੇ ਹੋ ਤੇ ਬਹੁਤ ਹੀ ਮਾਣ ਦੀ ਗੱਲ ਹੈ, ਬਹੁਤ ਹੀ ਆਪ ਜੀ ਨੂੰ ਵੀ ਵਧਾਈਆਂ ਹੋਣ ਇਸ ਚੀਜ਼ ਵਾਸਤੇ। ਤੇ ਇਸ ਵਾਸਤੇ ਜਿਸ ਤਰ੍ਹਾਂ ਤੁਸੀਂ ਪਾਕਿਸਤਾਨ ਦੇ ਹੁਣ ਡਾਇਰੈਕਟਰ ਬਣੇ ਹੋ ਤੇ ਇਹਦੇ ਵਿੱਚ ਕੀ ਉਪਰਾਲੇ ਕਰਨਾ ਚਾਹ ਰਹੇ ਹੋ, ਔਰ ਇਹਦੇ ਵਿੱਚ ਜਿਸ ਤਰੀਕੇ ਨਾਲ ਕਹਿੰਦੇ ਆ ਕਿ ਉੱਥੇ ਦਾ ਮਾਹੌਲ ਠੀਕ ਨਹੀਂ ਹੈ, ਤੇ ਉਹਦੇ ਵਾਸਤੇ ਆਪ ਜੀ ਦੇ ਕੀ ਵਿਚਾਰ ਨੇ? ਗੱਲ ਇਸ ਤਰ੍ਹਾਂ ਹੈ, ਅਸੀਂ ਜਿਹੜਾ ਰਿਸਰਚ ਫੋਰਮ ਹੈ ਨਾ, ਉਹ ਪੜ੍ਹਿਆਂ ਲਿਖਿਆਂ ਨੂੰ ਜੋੜਨ ਦਾ, ਵੀ ਜਿੱਥੇ ਰਾਈਟਰਸ ਨੂੰ ਜੋੜੀਏ ਔਰ ਜਿੱਥੇ ਪੋਇਟਰੀ ਦੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਇੱਕ ਪਲੇਟਫਾਰਮ ਦਈਏ। ਫਿਰ ਪੁਰਾਣੀਆਂ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਪੰਜਾਬੀ ਵਿੱਚ ਨੇ, ਉਹਨੂੰ ਅਸੀਂ ਸ਼ਾਹਮੁਖੀ, ਤੇ ਜਿਹੜੀ ਸ਼ਾਹਮੁਖੀ ਨੇ ਪੰਜਾਬੀ, ਇੱਥੇ ਮੈਂ ਦੱਸਣਾ ਚਾਹੁੰਦਾ ਕਿ ਸ਼ਾਹਮੁਖੀ ਹੀ ਪੰਜਾਬੀ ਦੀ ਇੱਕ ਐਸੀ ਲਿਪੀ ਹੈ, ਭਾਸ਼ਾ ਪੰਜਾਬੀ ਹੈ ਬਟ ਉਹਦੀਆਂ 2 ਲਿਪੀਆਂ ਨੇ। ਇੱਕ ਸ਼ਾਹਮੁਖੀ ਹੈ ਜਿਹੜੀ ਕਿ ਉਰਦੂ ਦੇ ਨਾਲ ਸਿਮਿਲਰ, ਔਰ ਉਰਦੂ ਵੀ ਸ਼ਾਹਮੁਖੀ ਦੇ ਵਿੱਚੋਂ ਨਿਕਲੀ ਹੈ ਐਜ਼ ਪਰ ਮਾਈ ਨੌਲੇਜ। ਔਰ ਜਿਹੜੀ ਗੁਰਮੁਖੀ ਹੈ ਉਹ ਗੁਰੂ ਸਾਹਿਬ ਦੇ ਉਚਾਰੀ ਹੈ, ਜਿਹਨੂੰ ਅਸੀਂ ਗੁਰਮੁਖੀ ਪੰਜਾਬੀ ਆਪਣੇ ਸਿੱਖਾਂ 'ਚ ਵਰਤਦੇ ਹਾਂ। ਇਹ 2 ਲਿਪੀਆਂ ਨੇ। ਉਹ ਉੱਥੇ 2 ਲਿਪੀਆਂ 'ਤੇ ਵੀ ਕੰਮ ਕਰਦੇ ਨੇ, ਕਲਾਸਿਸ ਵੀ ਦੇ ਰਹੇ ਨੇ, ਔਰ ਜਿਹੜੇ ਬੱਚੇ ਪੜ੍ਹਦੇ ਨੇ, ਜਿਹੜੇ ਉਹਦੇ 'ਚ ਪੜ੍ਹ ਕੇ ਤਿਆਰ ਹੁੰਦੇ ਨੇ, ਉਹਨਾਂ ਨੂੰ ਸਰਟੀਫਿਕੇਟ ਵੀ ਦਿੰਦੇ ਨੇ। ਉਹਦੇ ਉੱਤੇ ਵੀ ਕੰਮ ਕੀਤਾ ਜਾ ਰਿਹਾ। ਉੱਥੇ ਕਈ ਕਿਤਾਬਾਂ, ਕਈ ਗ੍ਰੰਥ ਐਸੇ ਨੇ ਜਿਹੜੇ ਕਿ ਉਹ ਡਿਜੀਟਾਈਜ਼ ਆਲਰੇਡੀ ਕਰ ਰਹੇ, ਉਹਨੂੰ ਹੋਰ ਤੇਜ਼ੀ ਨਾਲ ਵਧਾ ਰਹੇ ਹਾਂ। ਉਸ ਖਜ਼ਾਨੇ ਨੂੰ ਜਿਹੜਾ ਕਿ ਉੱਥੇ ਰਹਿ ਗਿਆ ਹੈ, ਸਾਡਾ ਜ਼ਿਆਦਾਤਰ ਹੈਰੀਟੇਜ, ਔਰ ਜਿਹੜਾ ਮੈਂ ਕਹਿ ਸਕਦਾ ਵਾਂ ਜਿਹੜਾ ਇਹ ਲਿਟਰੇਚਰ ਦਾ ਖਜ਼ਾਨਾ, ਉਹ ਪਾਕਿਸਤਾਨ ਵਾਲੇ ਪਾਸੇ ਧਰਤੀ 'ਤੇ ਜ਼ਿਆਦਾ ਪਿਆ ਹੋਇਆ, ਵੀ ਉਹਨੂੰ ਕਿਸੇ ਢੰਗ ਨਾਲ ਇੱਥੋਂ ਦੇ ਜਿਹੜੇ ਲੋਕ ਨੇ, ਇੰਡੀਆ ਵਾਲੇ ਪਾਸੇ ਦੇ ਕਾਲਜ ਯੂਨੀਵਰਸਿਟੀਆਂ, ਜਿਹੜੇ ਲੋਕ PhD ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਪ੍ਰੋਵਾਈਡ ਕੀਤਾ ਜਾਵੇ। ਔਰ ਲੋਕਾਂ ਦੇ ਸਾਹਮਣੇ ਇਤਿਹਾਸ ਦੀ ਜਿਹੜੀਆਂ ਸੋਹਣੀ ਬਣਤਰ ਦੋਨੋਂ ਭਾਸ਼ਾ 'ਚ ਟਰਾਂਸਲੇਟ ਕਰਕੇ ਜਿਹੜਾ ਲੋਕਾਂ ਦੇ ਵਿੱਚ ਜਾਵੇ, ਤਾਂ ਜੋ ਉੱਧਰ ਦੇ ਲੋਕ ਵੀ ਪੜ੍ਹ ਸਕਣ ਜਿਨ੍ਹਾਂ ਨੂੰ ਇੰਟਰਸਟ ਹੈਗਾ ਮੁਸਲਮਾਨਾਂ ਨੂੰ, ਔਰ ਸਾਡੇ ਲੋਕ ਵੀ ਜਿਹੜੇ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਨੇ ਉਹਨਾਂ ਨੂੰ ਪੜ੍ਹ ਸਕਣ, ਵੀ ਉਹ ਕੀ ਲਿਖਦੇ ਨੇ, ਇਹਦੇ ਬਾਰੇ ਕੀ ਹੈ। ਵੀ ਉਹਦੇ ਨਾਲ ਹੀ ਬੱਚੇ ਪੜ੍ਹਨਗੇ ਤਾਂ ਹੀ ਉਹ ਕੁਝ ਸਮਝਣਗੇ, ਕੁਝ ਸਿੱਖਣਗੇ। ਤੇ ਇਹ ਰੁਝਾਨ ਵਾਲੇ ਪਾਸੇ ਅਸੀਂ ਤੁਰੇ ਹਾਂ, ਔਰ ਉਹਦੇ ਵਿੱਚ ਸੈਮੀਨਾਰਸ, ਵੈਬੀਨਾਰਸ ਵੀ ਕਰਦੇ ਹਾਂ, ਔਰ ਲਿਟਰੇਚਰ ਸਰਕੂਲੇਟ ਕਰਦੇ ਹਾਂ, ਯਾਤਰਾਵਾਂ ਦੇਖਦੇ ਹਾਂ। ਉਹਦੇ ਵਿੱਚ ਜਿਹੜਾ ਕੰਮ ਵਧਾਵਾਂਗੇ, ਔਰ ਦੇਖਾਂਗੇ ਵੀ ਉੱਥੋਂ ਦੀ ਜਿਹੜੀਆਂ ਹੈਰੀਟੇਜ ਬਿਲਡਿੰਗਾਂ ਨੇ ਉਹਨਾਂ ਦੀ ਕਿਵੇਂ ਸੇਵਾ ਸੰਭਾਲ ਕਰ ਸਕੀਏ। ਉਹਦੇ ਉੱਤੇ ਜਿਹੜਾ ਅਸੀਂ ਇਹ ਕੰਮ ਇਹਦੇ ਵਿੱਚ ਕਰਦੇ ਰਹਾਂਗੇ। ਔਰ ਜਿੱਥੇ ਤੁਸੀਂ ਮੈਨੂੰ ਗੱਲ ਕੀਤੀ ਹੈ ਕਿ ਵੀ ਉੱਥੋਂ ਦੇ ਹਾਲਾਤ ਦੇ ਬਾਰੇ, ਹਾਲਾਤ ਇਸ ਤਰ੍ਹਾਂ ਪਰਮਜੀਤ ਜੀ, ਉੱਥੇ ਹਾਲਾਤ ਬਹੁਤ ਸੋਹਣੇ ਨੇ। ਇਹ ਕਹਿਣਾ ਕਿ ਵੀ ਉੱਥੇ ਹਾਲਾਤ ਠੀਕ ਨਹੀਂ ਨੇ, ਇਹ ਇੱਕ ਪ੍ਰੋਪੋਗੰਡਾ ਹੈ। ਮੈਂ ਉੱਥੇ ਜੋ ਦੇਖ ਕੇ ਆਇਆ, ਉੱਥੋਂ ਦਾ ਮਾਹੌਲ ਮੈਨੂੰ ਲੱਗਾ ਹੀ ਨਹੀਂ ਕਿ ਵੀ ਮੈਂ ਕਿਸੇ ਹੋਰ ਧਰਤੀ 'ਤੇ ਜਾਂ ਕੋਈ ਐਸੀ ਸੈਂਸਿਟਿਵ ਜਗ੍ਹਾ 'ਤੇ ਆਇਆ। ਮੈਨੂੰ ਹਰ ਜਗ੍ਹਾ ਪਿਆਰ ਮਿਲਿਆ। ਮੈਂ ਉੱਥੋਂ ਦੀਆਂ ਮਾਰਕੀਟਾਂ ਵਿੱਚ ਵੀ ਵਿਚ ਕੇ ਆਇਆ। ਮੈਂ ਜਿੱਥੇ ਗੁਰਧਾਮਾਂ ਦੇ ਦਰਸ਼ਨ ਕੀਤੇ ਨੇ, ਉੱਥੇ ਮੈਂ, ਕਿਉਂਕਿ ਮੈਂ ਸਾਰੀ ਉਮਰ ਐਜ਼ ਅ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਰਿਹਾ, ਔਰ ਸਿੱਖੀ ਦੇ ਵਿੱਚ ਇਹ ਚੀਜ਼ਾਂ ਦੀ ਹੈਗੀ ਕਿ ਵੀ ਅਸੀਂ ਬੁੱਤ ਪ੍ਰਸਤੀ ਔਰ ਜਿਹੜੀਆਂ ਮਜ਼ਾਰਾਂ ਤੇ ਮਸੀਤਾਂ ਤੇ ਸਿੱਖ ਦਾ ਜਾਣਾ ਔਰ ਉੱਥੇ ਦੀ ਇਬਾਦਤ ਕਰਨੀਆਂ ਠੀਕ ਨਹੀਂ ਨੇ। ਉਹ ਗੱਲ ਦੇ ਉੱਤੇ ਮੈਂ ਬਿਲਕੁਲ ਪਹਿਰਾ ਦਿੰਦੇ ਹੋਏ ਵੀ ਇਬਾਦਤ ਸਾਡੇ ਲਈ ਠੀਕ ਨਹੀਂ ਨੇ, ਲੇਕਿਨ ਮੈਂ ਉਹਨਾਂ ਦੇ ਵੀ ਉਹ ਸੈਂਟੀਮੈਂਟਸ ਨੂੰ, ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਸਮਝਦੇ ਉੱਥੇ ਹਾਜ਼ਰੀ ਲਗਾਈ। ਉੱਥੇ ਮੈਂ ਜ਼ਰੂਰ ਗਿਆ। ਮੈਂ ਉੱਥੇ ਬਾਬਾ ਸ਼ੇਖ ਫਰੀਦ ਹੋਰਾਂ ਦੇ ਗਿਆ, ਵੀ ਜਿਨ੍ਹਾਂ ਦੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਜਿੱਥੇ ਕਿ ਅਸੀਂ ਰੋਜ਼ ਕਿਧਰੇ ਨਾ ਕਿਧਰੇ ਦਰਬਾਰ ਸਾਹਿਬ ਦਾ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਤਮਸਤਕ ਹੁੰਦੇ ਹਾਂ, ਅਸੀਂ ਬਾਬਾ ਸ਼ੇਖ ਫਰੀਦ ਨੂੰ ਵੀ ਆਪਣਾ ਅਕੀਦਾ ਭੇਟ ਕਰ ਰਹੇ ਹਾਂ। ਔਰ ਉਸ ਤੋਂ ਇਲਾਵਾ ਮੈਂ ਬੁੱਲੇ ਸ਼ਾਹ, ਵਾਰਿਸ ਸ਼ਾਹ, ਫਿਰ ਸਾਈਂ ਮੀਆਂ ਮੀਰ ਸਾਹਿਬ ਦੀ ਦਰਗਾਹ 'ਤੇ ਗਿਆ। ਫਿਰ ਉੱਥੇ 2 ਦਰਗਾਹਾਂ ਹੋਰ ਜਿਹੜੀਆਂ ਉਹਨਾਂ ਦੀ ਮੁਕੱਦਸ ਨੇ, ਦਾਤਾ ਦਰਬਾਰ ਤੇ ਬੀਬੀ ਪਾਕ ਦਮਨ, ਉੱਥੇ ਗਿਆ। ਔਰ ਨਾਲ ਹੀ ਨਾਲ ਮੈਂ ਇਹ ਵੀ ਤੁਹਾਨੂੰ ਦੱਸਦਾ, ਉੱਥੇ ਬੜਾ ਹਿੰਦੂਆਂ ਦਾ ਇੱਕ ਬੜਾ ਪਵਿੱਤਰ ਸਥਾਨ ਹੈ, ਬੜਾ ਇਤਿਹਾਸਕ ਸਥਾਨ, ਕਟਾਸ ਰਾਜ ਮੰਦਰ ਹੈ, ਜਿਹੜਾ ਸ਼ਿਵ ਜੀ ਦੇ ਨਾਲ ਉਹ ਜੁੜਦਾ। ਉਹਦਾ ਇਤਿਹਾਸ, ਸ਼ਿਵਲਿੰਗ ਉੱਥੇ ਹੈਗੇ ਆ, ਵਿਰਾਜ ਨੇ। ਮੈਂ ਉੱਥੇ ਵੀ ਗਿਆ, ਦਰਸ਼ਨ ਕਰਕੇ ਆਇਆ, ਆਪਣੀ ਅੱਖੀ ਦੇਖ ਕੇ ਆਇਆ। ਬਹੁਤ ਸੋਹਣਾ ਹੈ ਸਾਰਿਆਂ ਪਾਸੇ। ਸਿਰਫ ਇਹ ਵੀ ਕਿਤੇ ਨਾ ਕਿਤੇ ਪਾਪੂਲੇਸ਼ਨ ਦੀ ਘਾਟ ਦੂਜੀਆਂ ਕੌਮਾਂ ਦੀ ਹੋਣ ਕਰਕੇ ਉਹਨਾਂ ਦੀ ਸੇਵਾ ਸੰਭਾਲ ਜਿਹੜੀ ਉਸ ਢੰਗ ਨਾਲ ਨਹੀਂ ਹੋ ਰਹੀ। ਬਟ ਅਗਰ ਮੈਂ ਕਹਾਂ ਕਿ ਵੀ ਉੱਥੋਂ ਦੀ ਸਰਕਾਰ, ਉਹ ਸਰਕਾਰ ਜਿਹੜੀ ਆਪਣੇ ਵੱਲੋਂ ਉਹਨੇ ਇੱਕ ਬਜਟ ਵੀ ਅਨਾਉਂਸ ਕੀਤਾ ਹੋਇਆ, ਉਹ ਬਾਹਰ ਦੀ ਦੁਨੀਆ ਤੋਂ ਪੈਸਾ ਨਹੀਂ ਮੰਗਦੀ, ਉਹਦੇ ਕੋਲ ਬਜਟ ਹੈ ਔਰ ਉਹ ਕੰਮ ਕਰਦੇ ਨੇ, ਬੜਾ ਸੋਹਣਾ ਕੰਮ ਕਰ ਰਹੇ ਨੇ। ਔਰ ਮੈਨੂੰ ਉਹਦੇ ਵਿੱਚ ਹਾਲੇ ਤੱਕ 1% ਵੀ ਕਿਧਰੇ ਵੀ ਮਾਹੌਲ ਦੀ ਖਰਾਬੀ ਜਾਂ ਕੋਈ ਮੈਂ ਕਹਿ ਦੇਵਾਂ ਕਿ ਨਹੀਂ ਉਹ ਝੂਠ ਬੋਲਦੇ ਆ, ਉਹ ਮੈਨੂੰ ਕਿਧਰੇ ਨਹੀਂ ਨਜ਼ਰ ਆਇਆ। ਮੈਨੂੰ ਬਹੁਤ ਪਿਆਰ, ਸਤਿਕਾਰ, ਇੱਜ਼ਤ, ਔਰ ਮੈਂ ਆਪਣੀ ਅੱਖੀਂ ਜੋ ਦੇਖ ਕੇ ਆਇਆ, ਉਹ ਜੋ ਪ੍ਰੋਪੋਗੰਡਾ ਉਸ ਤੋਂ ਬਿਲਕੁਲ ਉਲਟ ਹੈ ਜੀ। ਭੁਪਿੰਦਰ ਜੀ, ਜਿਸ ਤਰ੍ਹਾਂ ਮੈਂ ਆਪ ਜੀ ਕੋਲ ਪੁੱਛਣਾ ਚਾਹਾਂਗੀ, ਹੁਣ ਜਿਸ ਤਰ੍ਹਾਂ ਤੁਸੀਂ ਪਾਕਿਸਤਾਨ ਹੋ, ਤਾਂ ਪਾਕਿਸਤਾਨ ਦੇ ਵਿੱਚ ਮਾਹੌਲ ਦੀ ਗੱਲ ਕੀਤੀ ਜਾਏ ਤੇ ਉੱਥੇ ਧੀਆਂ ਭੈਣਾਂ ਦੀ ਕਿਸ ਤਰ੍ਹਾਂ ਸੇਫਟੀ ਹੈ? ਉਹ ਜਿਸ ਤਰ੍ਹਾਂ ਲੱਗਦੀ ਹੈ ਕਿ ਉਹਨਾਂ ਦੇ ਜ਼ਬਰਦਸਤੀ ਵਿਆਹ ਕਰਾ ਦਿੱਤੇ ਜਾਂਦੇ ਨੇ, ਹੋਰ ਵੀ ਨਾਇਨਸਾਫੀਆਂ ਹੁੰਦੀਆਂ ਨੇ, ਤੇ ਉਹਦੇ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ? ਦੇਖੋ, ਇਸ ਤਰ੍ਹਾਂ ਹੈ ਕਿ
ਪਾਕਿਸਤਾਨ ਦੇ ਵਿੱਚ ਕੋਈ ਹਾਦਸਾ ਹੋਵੇ ਨਾ ਤੇ ਉਹਦੀ ਬੜੀ ਵੱਡੀ ਗੱਲ ਜਿਹੜੀ ਹੈ ਬਾਹਰ ਦੁਨੀਆ ਦੇ ਵਿੱਚ ਆਉਂਦੀ ਹੈ, ਉਹਦੇ ਲਈ ਪ੍ਰੋਪੋਗੰਡਾ ਹੁੰਦਾ ਹੈ। ਬਟ ਇਹ ਵੀ ਮੈਂ ਤੁਹਾਨੂੰ ਦੱਸਦਾ, ਗੱਲ ਹੁੰਦੀ ਕੁਛ ਹੈ, ਨਿਕਲ ਕੇ ਕੁਛ ਆਉਂਦੀ ਹੈ। ਜਿਵੇਂ ਕਿ ਇਹ ਕਹਿ ਲਈਏ ਵੀ ਹਾਂਜੀ ਵੀ ਉਸ ਕੁੜੀ ਦਾ ਜਬਰਨ ਉਹਨਾਂ ਨੇ ਉਹਨੂੰ ਅਗਵਾ ਕੀਤਾ ਤੇ ਵਿਆਹ ਕਰ ਲਿਆ, ਉਹ ਅਸਲ ਵਿੱਚ ਹੁੰਦਾ ਕਿਧਰੇ ਹੈ ਵੇ, ਜੋ ਮੈਂ ਕਿਧਰੇ ਨਾ ਕਿਧਰੇ ਕੁਝ ਕੇਸਾਂ ਤੋਂ ਮਹਿਸੂਸ ਕੀਤਾ ਹੈ ਕਿ ਵੀ ਪਰਿਵਾਰ ਦੀ ਰਜ਼ਾਮੰਦੀ ਨਹੀਂ ਹੁੰਦੀ ਤੇ ਪਰਿਵਾਰ ਵੱਲੋਂ ਇਹ ਕਿਹਾ ਜਾਂਦਾ ਕਿ ਜ਼ਬਰਦਸਤੀ ਲੈ ਕੇ, ਤੇ ਉਹਦੀ ਜਿਹੜੀ ਸਿਆਸੀ ਤੌਰ ਤੇ ਰੰਗਤ ਕੁਝ ਹੋਰ ਆ ਜਾਂਦੀ ਹੈ ਸਾਹਮਣੇ, ਔਰ ਬਾਅਦ ਵਿੱਚ ਸਾਹਮਣੇ ਆਉਂਦਾ ਹੈ ਕਿ ਵੀ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੀ ਹੈ ਕੁੜੀ ਜਿਹੜੀ ਹੈ ਉਹਦੇ ਨਾਲ ਜਾਣਾ ਚਾਹੁੰਦੀ ਸੀ। ਕਿਉਂਕਿ ਤੁਸੀਂ ਦੇਖੋ ਜਦੋਂ 18 ਸਾਲ ਦਾ ਬੱਚਾ ਹੋ ਜਾਂਦਾ ਉਹਦੇ ਤੇ ਅਖਤਿਆਰ ਸਾਡੇ ਪਰਿਵਾਰ ਦਾ ਨਹੀਂ ਰਹਿ ਜਾਂਦਾ, ਵੱਡਿਆਂ ਦਾ ਨਹੀਂ ਰਹਿ ਜਾਂਦਾ। ਔਰ ਇਹ ਗੱਲਾਂ ਜਿਹੜੀਆਂ ਇੰਟਰਕਾਸਟ ਮੈਰਿਜ ਦੀਆਂ ਨੇ, ਜਾਂ ਤੁਸੀਂ ਅੱਜ ਬਾਹਰ ਦੇ ਮੁਲਕਾਂ 'ਚ ਵੀ ਦੇਖ ਲਓ ਕਿ ਸਾਡੇ ਘਰ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਇੱਕ ਧਰਮ ਦੀਆਂ ਦੂਜੇ ਧਰਮਾਂ 'ਚ ਨਹੀਂ ਵਿਆਹੁੰਦੀਆਂ, ਜਿੱਥੇ ਕਿ ਸਿੱਖਾਂ ਦੀਆਂ ਕੁੜੀਆਂ ਉੱਧਰ ਵਿਆਹੁੰਦੀਆਂ ਨੇ, ਉੱਥੋਂ ਦੇ ਵੀ ਕੁੜੀਆਂ ਜਿਹੜੀਆਂ ਬੱਚੇ ਨੇ ਉਹ ਇੱਧਰ ਵੀ ਵਿਆਹੁੰਦੀਆਂ ਨੇ। ਵੀ ਇਹ ਮੇਰੇ ਕੋਲ ਕਈ ਉਦਾਹਰਨ ਹੈਗੇ ਨੇ। ਮੇਰੇ ਕੋਲ ਇਹ ਵੀ ਉਦਾਹਰਨ ਹੈ ਕਿ ਵੀ ਮੈਂ ਮੁਸਲਮਾਨ ਦੇ ਵੀ ਜਿਹੜੀਆਂ ਘਰੋਂ ਦੀ ਉਹਨਾਂ ਦੀਆਂ ਕੁੜੀਆਂ ਨੇ ਉਹਨਾਂ ਨੇ ਸਿੱਖਾਂ ਨਾਲ ਵਿਆਹ ਕੀਤਾ ਔਰ ਬੜੇ ਸੋਹਣੇ ਢੰਗ ਨਾਲ ਰਹਿ ਰਹੀਆਂ ਨੇ, ਔਰ ਉਹਨਾਂ ਨੂੰ ਪੂਰਾ ਉਹਨਾਂ ਦੀ ਵੀ ਆਜ਼ਾਦੀ ਮਿਲਦੀ ਹੈ। ਲੇਕਿਨ ਅਸੀਂ ਇਹ ਕਹਿ ਲਈਏ ਵੀ ਕੋਈ ਜ਼ਬਰਦਸਤੀ, ਅਗਰ 100 ਵਿੱਚੋਂ ਕਿਧਰੇ ਨਾ ਕਿਤੇ, ਮੈਂ ਕਹਿੰਦਾ ਹਜ਼ਾਰਾਂ ਵਿੱਚੋਂ ਕਿਧਰੇ ਇੱਕ ਗੱਲ ਹੁੰਦੀ ਹੈ ਤੇ ਇਹ ਸਰਕਾਰ ਉੱਥੋਂ ਦੀ ਇਸ ਬਾਰੇ ਬੜਾ ਸਟ੍ਰਿਕਟ ਐਕਸ਼ਨ ਲੈਂਦੀ ਹੈ। ਉਹਨੂੰ ਪਤਾ ਹੋਵੇ, ਕੁੜੀ ਇਹ ਕਵੇ ਕਿ ਵੀ ਮੇਰੇ ਨਾਲ ਜ਼ਬਰ ਹੋਈ ਹੈ, ਧੱਕਾ ਹੋਇਆ, ਤੇ ਉਹਦੇ ਤੇ ਬੜਾ ਵੱਡਾ ਐਕਸ਼ਨ ਲੈਂਦੀ ਹੈ। ਔਰ ਮੈਨੂੰ ਉਮੀਦ ਹੈ ਕਿ ਉਹ ਜਿਹੜੀਆਂ ਮਾਈਨੋਰਟੀਜ਼ ਦੇ ਉੱਤੇ ਜਿਹੜਾ ਉਹ ਆਪਣਾ ਪਹਿਰਾ ਦਿੰਦੀ ਰਹੇਗੀ, ਅੱਗੇ ਵੀ ਇਹਦਾ ਧਿਆਨ ਰੱਖਦੀ ਰਹੇਗੀ। ਔਰ ਉਮੀਦ ਰੱਖਦੇ ਹਾਂ ਕਿ ਵੀ ਇਹ ਸਾਰਾ ਕੰਮ ਸੁਖਾਵਾਂ ਰਹੇਗਾ, ਲੋਕਾਂ ਦੀ ਆਵਾਜਾਈ ਜਿਹੜੀ ਦੋਨੋਂ ਪਾਸੇ ਆਦਾਨ ਪ੍ਰਦਾਨ ਹੋਵੇ, ਕਿਉਂਕਿ ਉੱਥੋਂ ਦੇ ਲੋਕ ਜਿਹੜੇ 47 ਦੇ ਵਿਛੜ ਕੇ ਗਏ ਆ, ਇੱਥੋਂ ਦੇ ਜਿਹੜੇ ਵਿਛੜ ਗਏ ਅੱਜ ਵੀ ਉਹ ਆਪਣੇ ਭੈਣਾਂ ਭਰਾਵਾਂ ਨੂੰ ਜਿਹੜਾ ਤਰਸਦੇ ਪਏ ਆ। ਹੁਣ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ, ਤੁਸੀਂ ਜਦੋਂ ਵੇਖਦੇ ਹੋਵੋਗੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ, ਤੇ ਉਹਦੇ ਵੀ ਦਿਖਾਉਂਦੇ ਨੇ ਕਿ ਵੀ 75 ਸਾਲ ਦੇ ਬਾਅਦ 2 ਭੈਣ ਭਰਾ ਮਿਲੇ ਨੇ। ਹੁਣ ਭੈਣ ਸਰਦਾਰਨੀ ਤੇ ਭਰਾ ਮੁਸਲਮਾਨ। ਹੁਣ ਤੁਸੀਂ ਇਸ ਤੋਂ ਵੀ ਆਈਡੀਆ ਲਾ ਲਵੋ ਵੀ ਉਹ ਇੱਕ ਸਮਾਂ ਜਿਹੜਾ ਆਇਆ ਦੂਰੀਆਂ ਦਾ, ਗੈਪ ਦਾ, ਫਿਰ ਜਿੱਥੇ ਉਹ ਵੱਡੇ ਪੱਲੇ ਹੋਏ ਤੇ ਉਸੇ ਰੰਗਤ 'ਚ ਰੰਗ ਜਾਂਦੇ ਨੇ, ਤੇ ਉਹ ਚੀਜ਼ਾਂ ਦਾ ਜਿਹੜਾ ਬੜਾ ਫਰਕ ਪੈਂਦਾ ਹੈ। ਬਟ ਇਹ ਮੈਨੂੰ ਜੋ ਅੱਜ ਮੇਰੀ ਜਿਹੜੇ 17 ਦਿਨ ਮੈਂ ਉੱਥੇ ਬਿਤਾ ਕੇ ਆਇਆ, ਬੜੇ ਸੋਹਣੇ ਬਿਤਾ ਕੇ ਆਇਆ, ਮੈਨੂੰ ਕਾਫੀ ਚੀਜ਼ਾਂ ਜਿਹੜੀਆਂ ਮੇਰੇ ਮਨ ਵਿੱਚ ਵੀ ਸਨ ਕਿ ਵੀ ਜਿਹੜੀਆਂ ਇਹ ਸ਼ਾਇਦ ਇਸਲਾਮਿਕ ਦੇਸ਼ ਹੈ, ਉੱਥੇ ਬਾਕੀ ਮਾਈਨੋਰਟੀਜ਼ ਦੇ ਲਈ ਹੱਕ ਨਹੀਂ ਹੈਗੇ, ਬਟ ਉਹਦੇ ਵਿੱਚ ਉਹ ਇਹ ਜ਼ਰੂਰ ਹੈ ਕਿ ਇਸਲਾਮਿਕ ਹੈ, ਲੇਕਿਨ ਉਹ ਸਾਡੇ ਲੋਕਾਂ ਦੀ ਕਦਰ ਕਰਦੇ ਨੇ ਔਰ ਸਾਡੇ ਲਈ ਉਹ ਖੜੇ ਨੇ। ਉਹਨਾਂ ਨੇ ਪਾਲਿਸੀਜ਼ ਬਣਾਈਆਂ ਨੇ, ਉਹਨਾਂ ਦਾ ਸਟਾਫ ਮਹਿਕਮਾ ਸਾਰਾ ਸਾਡੇ ਲਈ ਜਿਹੜਾ ਉਹ ਕਰਦਾ, ਸਾਡੀ ਸਿਕਿਉਰਿਟੀ ਸੇਫਟੀ ਦੀ ਗੱਲਾਂ ਕਰਦੇ ਨੇ। ਬਹੁਤ ਵਧੀਆ ਜੀ, ਆਪ ਜੀਆਂ ਦੀ ਗੱਲਾਂ ਤੋਂ ਅਸੀਂ ਜ਼ਰੂਰ ਉਹ ਕਹਾਂਗੇ ਕਿ ਇਸ ਤਰੀਕੇ ਦਾ ਮਾਹੌਲ ਬਣਿਆ ਰਹੇ ਉੱਥੇ, ਔਰ ਆਪ ਉੱਥੇ ਦੇ ਲੋਕ ਇੱਥੇ ਆਉਂਦੇ ਰਹਿਣ ਔਰ ਇੱਥੇ ਦੇ ਉੱਥੇ ਜਾਂਦੇ ਰਹਿਣ, ਇਹਦੇ ਵਾਸਤੇ ਬਹੁਤ ਵਧੀਆ ਹੈ ਉਪਰਾਲਾ। ਔਰ ਆਪ ਜੀ ਤੋਂ ਜਿਸ ਤਰ੍ਹਾਂ ਅਸੀਂ ਜਾਣਦੇ ਹੈਗੇ ਕਿ ਆਪ ਜੀ ਦਿੱਲੀ ਕਮੇਟੀ ਦੇ ਵਿੱਚ ਵੀ ਮੈਂਬਰ ਰਹੇ ਹੋ, ਤੇ ਇਸ ਦੇ ਬਾਰੇ ਆਪ ਜੀ ਦੇ ਕੀ ਵਿਚਾਰ ਹੈ, ਤੇ ਔਰ ਅੱਗੇ ਬੱਚਿਆਂ ਦੀਆਂ ਸਿੱਖਿਆ ਬਾਰੇ ਕੀ ਕਹਿਣਾ ਚਾਹੋਗੇ? ਬੀਬੀ ਜੀ, ਮੈਂ ਮੈਂਬਰ ਨਹੀਂ ਸੀਗਾ, ਮੈਂ ਚੇਅਰਮੈਨ ਦਾ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਅਦਾਰਿਆਂ 'ਚ ਕੰਮ ਕਰਦਾ ਰਿਹਾ, ਉਹਨਾਂ ਦੇ ਚੇਅਰਮੈਨ ਦੇ ਨਾਲ ਰਿਹਾ। ਇਲੈਕਟਿਡ ਮੈਂਬਰ ਮੈਂ ਕਦੀ ਨਹੀਂ, ਲੇਕਿਨ ਮੈਂ ਇੱਥੇ ਅਕਾਲੀ ਦਲ ਦੇ ਵਿੱਚ ਵੀ ਸੀਨੀਅਰ ਰਿਹਾ ਔਰ ਦਿੱਲੀ ਕਮੇਟੀ 'ਚ ਵੀ ਉਹਨਾਂ ਲੋਕਾਂ ਦੇ ਨਾਲ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਲੇਕਿਨ ਅੱਜ ਅਫਸੋਸ ਆਉਂਦਾ ਹੈ ਕਿ ਜਿੱਥੇ ਦਿੱਲੀ ਕਮੇਟੀ ਦੇ ਵਿੱਚ ਸਾਡੀ ਪਨੀਰੀ ਜਿੱਥੋਂ ਨਿਕਲਣੀ ਹੈ ਸਕੂਲ ਕਾਲਜ, ਸਾਨੂੰ ਵੱਡੇ ਜਿਹੜੇ ਮੈਂ ਕਹਿ ਲਾਂ ਪਹਿਲੇ ਲੀਡਰ ਸਨ, ਉਹਨਾਂ ਨੇ ਬੜੀਆਂ ਮਿਹਨਤਾਂ ਮੱਲਾਂ ਮਾਰ ਕੇ ਸਕੂਲ ਖੜੇ ਕੀਤੇ, ਕਾਲਜ ਖੜੇ ਕੀਤੇ ਔਰ ਵਧਾਉਂਦੇ ਰਹੇ। ਲੇਕਿਨ ਇੱਕ ਸਮਾਂ ਐਸਾ ਆ ਰਿਹਾ ਹੈ ਕਿ ਵੀ ਸਿਆਸਤ ਕਰਕੇ ਅਸੀਂ ਉਹ ਕਾਲਜਾਂ ਨੂੰ ਧਿਆਨ ਨਹੀਂ ਦੇ ਰਹੇ, ਜਿੱਥੇ ਟੀਚਰਾਂ ਦਾ ਸਟਾਫ ਦਾ ਹੱਕ ਮਾਰ ਰਹੇ ਹਾਂ, 6ਵੀਂ ਪੇ ਕਮਿਸ਼ਨ 7ਵੀਂ ਪੇ ਕਮਿਸ਼ਨ ਰੋਕ ਰਹੇ ਹਾਂ ਕਿ ਅਸੀਂ ਆਪਣੀ ਪਾਕਟ ਤੋਂ ਤਾਂ ਨਹੀਂ ਦੇਣੀਆਂ, ਪਰਸਨਲ ਪਾਕਟ ਤੇ ਨਹੀਂ ਨੇ, ਇਹ ਤਾਂ ਇਹ ਸਕੂਲਾਂ ਦਾ ਹੀ ਫੰਡ ਹੈ। ਜੇ ਸਕੂਲਾਂ ਦੇ ਬੱਚਿਆਂ ਦੀ ਫੀਸ ਆ ਰਹੀਆਂ ਤੇ ਟੀਚਰਾਂ ਦਾ ਹੱਕ ਹੈ ਜਿਹੜੇ ਉੱਥੇ ਪੜ੍ਹਾ ਰਹੀਆਂ ਨੇ, ਸਾਨੂੰ ਉਹ ਦੇ ਦੇਣੀਆਂ ਚਾਹੀਦੀਆਂ ਸਨ, ਜਿਹੜੀਆਂ ਕਿ ਪਿਛਲੀਆਂ 3-4 ਕਮੇਟੀਆਂ ਤੋਂ ਰੁਕਦੀ ਆਈ ਔਰ ਇੱਕ ਦੂਜੇ 'ਤੇ ਇਲਜ਼ਾਮ ਜਿਹੜੇ ਚੱਲਦੇ ਰਹੇ, ਉਹ ਬੜਾ ਗਲਤ ਹੈਗਾ। ਉਹਦੇ ਨਾਲ ਸਫਰ ਕੀ ਹੋਇਆ ਕਿ ਵੀ ਬੱਚਾ ਜਿਹੜਾ ਪੜ੍ਹਾਈ ਕਰਦਾ ਸਕੂਲ ਦੇ ਵਿੱਚ, ਉਹਦੀ ਸਟੱਡੀ ਦੇ ਉੱਤੇ ਜਿਹੜਾ ਹੈ ਉਹ ਬੜਾ ਫਰਕ ਪਿਆ। ਟੀਚਰਾਂ ਜਿਹੜੀਆਂ ਨੇ ਮਨ ਦੇ ਨਾਲ ਪੜ੍ਹਾ ਨਹੀਂ ਰਹੀਆਂ ਔਰ ਕਿਧਰੇ ਨਾ ਕਿਧਰੇ ਉਹ ਦੇਖੋ ਉਹਨਾਂ ਦੇ ਵੀ ਪਰਿਵਾਰ ਹੈਗੇ ਨੇ, ਉਹਨਾਂ ਨੇ ਵੀ ਘਰ ਬੱਚੇ ਪਾਲ ਸਾਰਾ ਦੇਖਣਾ ਹੈ, ਤੇ ਅਸੀਂ ਕੀ ਕਰ ਰਹੇ ਹਾਂ? ਅਸੀਂ ਉਹਨਾਂ ਦਾ ਹੱਕ ਮਾਰ ਰਹੇ ਹਾਂ, ਜਦ ਕਿ ਗੁਰੂ ਨਾਨਕ ਸਾਹਿਬ ਦਾ ਤਾਂ ਹੁਕਮ ਹੈ, ਬਾਣੀ ਦੇ ਵਿੱਚ ਵੀ ਹੁਕਮ ਹੈ ਵੀ ਅਸੀਂ ਹੱਕ ਕਿਸੇ ਦਾ ਨਹੀਂ ਮਾਰਨਾ, ਅਸੀਂ ਦੇਣਾ, ਔਰ ਤੁਸੀਂ ਕੋਈ ਆਪਣੇ ਪਾਕਟ ਤੋਂ ਨਹੀਂ ਦੇਣਾ। ਦੂਜੇ ਪਾਸੇ ਅਸੀਂ ਆਪਣਾ ਲਿਟਰੇਚਰ, ਆਪਣਾ ਹੈਰੀਟੇਜ, ਇਹ ਚੀਜ਼ਾਂ ਨੂੰ ਨਹੀਂ ਸੰਭਾਲ ਪਾ ਰਹੇ। ਮਤਲਬ ਇੱਕ ਨਹੀਂ ਕਈ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਆਉਂਦੀਆਂ ਨੇ ਤਾਂ ਬੜਾ ਮਨ ਵਿੱਚ ਅਫਸੋਸ ਆਉਂਦਾ ਹੈ ਕਿ ਵੀ ਕਮੇਟੀਆਂ ਜਿਹੜੀਆਂ ਲੋਕੀ ਚੁਣ ਕੇ ਭੇਜਦੇ ਨੇ, ਉਹ ਐਜ਼ ਅ ਕਸਟੋਡੀਅਨ ਵਰਕ ਕਰਦੀਆਂ ਨੇ, ਇੱਕ ਪਹਿਰੇਦਾਰ ਬਣਦੀਆਂ ਨੇ ਵੀ ਹਾਂਜੀ ਵੀ ਦਸਵੰਧ ਜਿਹੜਾ ਇੱਕ ਸਿੱਖ ਦਾ ਜਿਹੜਾ ਦਸਵੰਧ ਅਕੀਦਾ ਭੇਟ ਕੀਤਾ ਗਿਆ, ਉਹਨੂੰ ਪ੍ਰੋਪਰ ਢੰਗ ਨਾਲ, ਸੋਹਣੇ ਢੰਗ ਨਾਲ ਲਾਇਆ ਜਾਵੇ ਔਰ ਅਸੀਂ ਸੰਗਤ ਦੇ ਅਕਾਊਂਟੇਬਿਲਟੀ ਹੈ। ਬਟ ਇੱਥੇ ਹੁਣ ਵੇਖਣ ਨੂੰ ਮਿਲਦਾ ਹੈ ਕਿ ਵੀ ਇਹ ਲੋਕ ਐਜ਼ ਅ ਡਾਇਰੈਕਟਰ ਔਰ ਆਪਣੇ ਆਪ ਨੂੰ ਸਮਝਦੇ ਨੇ ਕਿ ਤੁਸੀਂ ਇਹ ਤਾਂ ਪ੍ਰਾਈਵੇਟ ਲਿਮਟਿਡ ਕੰਪਨੀ ਹੈ,
ਵੀ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਹੁਣ ਅਸੀਂ ਡਾਇਰੈਕਟਰ ਬਣ ਗਏ, ਹੁਣ ਅਸੀਂ ਆਪਣੀ ਜਿਵੇਂ ਮਰਜ਼ੀ ਕਰਾਂਗੇ। ਇਹ ਉਹਨਾਂ ਦੇ ਮਨਾਂ 'ਚ ਗਲਤ ਫਹਿਮੀ ਹੈ। ਇਹ ਮੈਂ ਤੁਹਾਡੇ ਰਾਹੀਂ ਇਹ ਸ਼ਾਇਦ ਮੈਸੇਜ ਚਲਾ ਜਾਵੇ ਤਾਂ ਬੜੀ ਚੰਗੀ ਗੱਲ ਹੈ ਕਿ ਬਈ ਆਪਣੇ ਆਪ ਨੂੰ ਸੇਵਾਦਾਰ ਕਹੋ, ਜਥੇਦਾਰ ਵਾਲਾ ਲਫ਼ਜ਼ ਨਾ ਕਹੋ ਜਾਂ ਲੀਡਰ ਵਾਲਾ ਲਫ਼ਜ਼ ਨਹੀਂ। ਸੇਵਾਦਾਰ ਬਣ ਕੇ ਸੇਵਾ ਕਰੀਏ, ਕੌਮ ਦੀ ਬਿਹਤਰੀ ਦਾ ਸੋਚੀਏ, ਜਿਹਦਾ ਹੱਕ ਹੈ ਉਹਦੇ ਘਰ ਜਾ ਕੇ ਦਈਏ। ਅਸੀਂ ਕੋਈ ਆਪਣੇ ਪੋਕਟ ਤੋਂ ਨਹੀਂ ਦੇ ਰਹੇ ਹਾਂ ਔਰ ਅਸੀਂ ਇਸ ਪਨੀਰੀ ਦੇ ਲਈ ਜਿੰਨਾ ਕੰਮ ਕਰ ਸਕਦੇ ਹਾਂ ਅਸੀਂ ਉਹ ਕਰੀਏ। ਜੇ ਇਹਨਾਂ ਨੂੰ ਲੱਗਦਾ ਕਿ ਹਾਂਜੀ ਸਾਡੇ ਸਕੂਲ ਕਾਲਜ ਨੇ, ਅਸੀਂ ਹੁਣ ਸਟੂਡੈਂਟ ਨਹੀਂ ਆ ਰਿਹਾ, ਅਗਰ ਇਮਾਨਦਾਰੀ ਨਾਲ ਇੱਕ ਆਰਡੀਨੈਂਸ ਆਪਣਾ ਇੱਕ ਆਰਡਰ ਪਾਸ ਕਰ ਲੈਣ, ਇੱਕ ਫੈਸਲਾ ਕਰ ਲੈਣ ਕਿ ਜਿੰਨੇ ਮੈਂਬਰਸ, ਜਿੰਨੇ ਟੀਚਰ, ਜਿੰਨਾ ਸਟਾਫ ਸਕੂਲਾਂ ਕਾਲਜਾਂ 'ਚ ਔਰ ਗੁਰਦੁਆਰਿਆਂ ਦੇ ਅਦਾਰੇ ਵਿੱਚ ਹੈ, ਇਹ ਸਾਰਿਆਂ ਦਾ ਸਟਾਫ ਦਾ ਡਾਟਾ ਕੱਢ ਲਿੱਤਾ ਜਾਏ। ਜਿਹਦਾ ਬੱਚਾ ਸਾਡੇ ਸਕੂਲਾਂ ਵਿੱਚ ਨਹੀਂ ਪੜ੍ਹਦਾ ਉਹਨੂੰ ਕਹੋ ਬਈ ਤੂੰ ਨੌਕਰੀ ਇੱਥੇ ਕਰਨੀ ਹੈ, ਬੱਚਾ ਤੇਰਾ ਇੱਥੇ ਨਹੀਂ ਪੜ੍ਹਦਾ, ਕਾਹਨੂੰ ਵੀ ਤੈਨੂੰ ਨੌਕਰੀ ਚਾਹੀਦੀ ਹੈ ਬਟ ਤੇਰੇ ਬੱਚੇ ਨਹੀਂ ਪੜ੍ਹ ਰਹੇ, ਉਹਨੂੰ ਕੁਐਸਚਨ ਮਾਰਕ ਲਾਇਆ ਜਾਏ, ਉਹਨੂੰ ਕਹੀਆਂ ਤੇ ਤੇਰੇ ਬੱਚੇ ਇੱਥੇ ਪੜ੍ਹਨਗੇ ਤੇ ਤਾਂ ਤੁਹਾਡੀਆਂ ਨੌਕਰੀਆਂ। ਜੇ ਤੁਸੀਂ ਨੌਕਰੀਆਂ ਕਰਨੀਆਂ ਤੇ ਤੁਹਾਡੇ ਬੱਚੇ, ਦੋਨੋਂ ਗੱਲਾਂ ਇੱਕੋ ਜਗ੍ਹਾ 'ਤੇ ਬੰਨ੍ਹ ਕੇ ਰੱਖੋ, ਆਪੇ ਤੁਹਾਡੇ ਸਕੂਲਾਂ ਦੇ ਵੀ ਮਿਆਰ ਉੱਤੇ ਹੋ ਜਾਣਗੇ, ਤੁਹਾਡੇ ਲਈ ਕੋਈ ਕਮੀਆਂ ਨਹੀਂ ਹੋਏਗੀ ਜੀ। ਬਹੁਤ ਵਧੀਆ ਲੱਗਿਆ ਆਪ ਜੀ ਨੂੰ ਮਿਲ ਕੇ ਔਰ ਆਪ ਜੀ ਬਹੁਤ ਅੱਛੇ ਉਪਰਾਲੇ ਕਰ ਰਹੇ ਹੈਗੇ ਹੋ, ਕੌਮ ਵਾਸਤੇ ਸੇਵਾ ਕਰ ਰਹੇ ਹੈਗੇ ਇੱਕ, ਤੇ ਆਪ ਜੀ ਨਾਲ ਮਿਲ ਕੇ ਬਹੁਤ ਅੱਛਾ ਲੱਗਿਆ। ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।